ਮਿੰਟੂ ਜੀ, ਪਿਛਲੇ ਕੁਝ ਹਫ਼ਤਿਆਂ ਦੌਰਾਨ ਕੁਝ ਗੱਲਾਂ ਸੁਣਨ ਨੂੰ ਮਿਲੀਆਂ ਸੀ। ਜਦੋਂ ਖਾਸ ਤੌਰ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਵਿਦੇਸ਼ ਯਾਤਰਾ ਤੇ ਆਏ ਸੀ, ਉਦੋਂ ਉਹਨਾਂ ਨੇ ਇੱਕ ਗੱਲ ਵੱਲ ਸੰਕੇਤ ਕੀਤਾ, ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਜਿਹੜੇ ਕੁਝ ਪ੍ਰੋਗਰਾਮ ਹੋਇਆ ਕਰਨਗੇ, ਸ਼ੋਅਜ਼ ਹੋਇਆ ਕਰਨਗੇ, ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਤਕਨੀਕ ਦੀ ਵਰਤੋਂ ਕੀਤੀ ਜਾਣੀ ਆ। ਤੇ ਜਿਸ ਐਲਾਨ ਦੀ ਉਡੀਕ ਸੀ, ਅੱਜ ਉਹ ਐਲਾਨ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਕਰ ਦਿੱਤਾ ਗਿਆ। ਕੀ ਆਖਿਆ ਉਹਨਾਂ ਨੇ? ਬਿਲਕੁਲ ਜੀ, ਇਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੂਨ ਦੇ ਵਿੱਚ ਅਸੀਂ ਇੱਕ ਸਿਲਸਿਲਾ ਸ਼ੁਰੂ ਕਰਾਂਗੇ। ਉਹ ਸਿਲਸਿਲਾ ਹੋਏਗਾ ਲਾਈਵ ਸ਼ੋਅ ਹੋਲੋਗ੍ਰਾਮ ਦਾ, ਕਿਉਂਕਿ ਤਕਨੀਕ ਹੈ, ਤੁਹਾਨੂੰ ਪਤਾ ਹੀ ਹੈ। ਤੇ ਜਿਸ ਤਰ੍ਹਾਂ ਇੱਕ ਬਹੁਤ ਵੱਡਾ ਇਵੈਂਟ ਹੋਇਆ ਸੀਗਾ, ਸਨੂਪ ਡੌਗ ਨੇ ਕੀਤਾ ਸੀਗਾ ਸ਼ਾਇਦ ਨਾਲ, ਜੇ ਮੈਂ ਨਹੀਂ ਭੁੱਲਦਾ ਤਾਂ 2012 ਦੇ ਵਿੱਚ, ਤਾਂ ਉਹ ਉਸੇ ਤਰ੍ਹਾਂ ਦਾ ਹੀ ਇੱਕ ਤਰ੍ਹਾਂ ਨਾਲ ਇਸ ਮਾਮਲੇ ਦੇ ਵਿੱਚ ਸਾਨੂੰ ਇੱਕ ਨਵਾਂ ਵੱਖਰਾ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਖਾਸ ਤੌਰ ਤੇ ਇੱਕ ਨਵਾਂ ਵੱਖਰਾ ਉਹ ਸ਼ੋਅ ਵੇਖਣ ਨੂੰ ਮਿਲੇਗਾ, ਜਿਹੜਾ ਆਧਾਰਿਤ ਹੋਏਗਾ ਹੋਲੋਗ੍ਰਾਮ ਤਕਨੀਕ ਤੇ ਜੀ। ਤਾਂ ਹੁਣ ਇਹਨਾਂ ਨੇ ਐਲਾਨ ਜਿਹੜਾ ਕੀਤਾ ਹੈ, ਉਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਕਿ 11 ਜੂਨ ਨੂੰ ਸਿੱਧੂ ਦਾ ਜਨਮ ਦਿਨ ਆ। ਕੋਸ਼ਿਸ਼ ਹੋਵੇਗੀ ਕਿ ਇਸ ਦਿਨ ਹੀ ਸਾਰਾ ਕੁਝ ਸਟਾਰਟ ਹੋਵੇ। ਤੇ ਇਹ ਜਿਹੜਾ ਮਾਮਲਾ ਸਾਰਾ ਟਿਚ ਹੋਇਆ, ਸਾਰਾ ਅਖੀਰ ਫਾਈਨਲ ਹੋਇਆ, ਇਹ ਤੁਹਾਨੂੰ ਯਾਦ ਹੋਣਾ ਕਿ 2 ਗੇੜੇ ਲੱਗੇ ਨੇ ਬਲਕੌਰ ਸਿੰਘ ਸਿੱਧੂ ਦੇ ਯੂਕੇ ਦੇ ਵਿੱਚ ਖਾਸ ਤੌਰ ਤੇ। ਇਹ ਸਮਝਿਆ ਜਾਂਦਾ ਹੈ ਕਿ ਉਹ ਇਸੇ ਹੀ ਸਿਲਸਿਲੇ 'ਚ ਜਾਂਦੇ ਰਹੇ ਨੇ। ਤਾਂ ਹੁਣ ਉਹਨਾਂ ਨੇ ਫਾਈਨਲੀ ਇਸ ਗੱਲ ਨੂੰ ਕਹਿ ਲਓ ਕਿ ਤਸਦੀਕ ਕਰ ਦਿੱਤਾ ਕਿ ਹਾਂ ਸਾਰਾ ਕੁਝ ਡਨ ਹੋ ਗਿਆ। ਤਾਂ ਇਹ ਨਵੀਂ ਤਕਨੀਕ ਦੇ ਨਾਲ, ਜਿਹਦੇ ਵਿੱਚ ਸਿੱਧੂ ਮੂਸੇਵਾਲਾ ਉਦਾਂ ਹੀ ਸ਼ਾਇਦ ਪੱਟ ਤੇ ਥਾਪੀ ਮਾਰ ਕੇ ਉਹ ਏਦਾਂ ਕਰਦਾ ਜਿੱਦਾਂ, ਉਹ ਸਾਰਾ ਕੁਝ ਦੇਖਿਆ ਜਾਏਗਾ ਦੁਬਾਰਾ, ਕਿਉਂਕਿ ਤਕਨੀਕ ਇਸ ਤਰ੍ਹਾਂ ਦੀ ਹੁੰਦੀ ਹੈ। ਖੈਰ, ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਅੱਜ ਉਹਨਾਂ ਨੇ ਨਾਲ ਆਖੀ ਆ ਕਿ ਲਾਇਬ੍ਰੇਰੀ ਬਣ ਰਹੀ ਆ ਉਹਨਾਂ ਦੇ ਪਿੰਡ। ਅੱਛਾ ਜੀ। ਤਾਂ ਉਹਨਾਂ ਦੀ ਕੋਸ਼ਿਸ਼ ਹੈ ਕਿ ਕਿਤਾਬਾਂ ਦੇ ਨਾਲ ਵੀ ਲੋਕਾਂ ਨੂੰ ਜੋੜਿਆ ਜਾਵੇ। ਇਹ ਵਧੀਆ ਪਹਿਲ ਕਦਮੀ ਹੈ, ਮੈਨੂੰ ਅੱਛੀ ਲੱਗੀ, ਕਿਉਂਕਿ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਆਪਾਂ ਯਾਦ ਨੂੰ ਸੰਜੋ ਕੇ ਰੱਖਦੇ ਹਾਂ ਜੀ, ਕੁਝ ਚੀਜ਼ਾਂ ਕਮਰਸ਼ੀਅਲੀ ਕਰਨੀਆਂ ਜ਼ਰੂਰੀ ਹੁੰਦੀਆਂ, ਪਰ ਲਾਇਬ੍ਰੇਰੀ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ, ਜੇ ਮਾਨਸਾ ਲੈ ਲਓਗੇ, ਬਠਿੰਡਾ ਲੈ ਲਓਗੇ, ਤਾਂ ਮੁਕਤਸਰ ਲੈ ਲਓਗੇ, ਇਹਨਾਂ ਇਲਾਕਿਆਂ 'ਚ ਬਹੁਤ ਘੱਟ ਮਿਲਣਗੀਆਂ, ਖਾਸ ਤੌਰ ਤੇ ਪਿੰਡਾਂ ਦੇ ਵਿੱਚ, ਦੂਰ ਦਰਾਜ਼ ਵਾਲੇ ਜਿਹੜੇ ਪਿੰਡ ਆ। ਤਾਂ ਜੇ ਲਾਇਬ੍ਰੇਰੀ ਏਦਾਂ ਇਹ ਸ਼ੁਰੂ ਕਰਦੇ ਆ ਆਪਣੇ ਪਿੰਡ, ਤੇ ਇੱਕ ਅਪੀਲ ਕਰਨ ਕਿ ਬਾਈ ਸਾਰੇ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਸਿੱਧੂ ਨੂੰ ਮੁਹੱਬਤ ਕਰਦੇ ਨੇ, ਕਿ ਬਾਈ ਲਾਇਬ੍ਰੇਰੀ ਜ਼ਰੂਰ ਬਣਾਈ ਜਾਵੇ, ਤੇ ਉਹ ਵੀ ਮੈਨੂੰ ਲੱਗਦਾ ਕਿ ਬਹੁਤ ਵਧੀਆ ਗੱਲ ਹੋਏਗੀ ਜੀ। ਮਿੰਟੂ ਜੀ, ਇਹ ਦੱਸਿਓ, ਪੰਜਾਬ ਦੇ ਵਿੱਚ ਹੁਣ ਦੇਖੋ ਠੰਡ ਬੜੀ ਐਤਕੀ ਜ਼ੋਰਾਂ ਸ਼ੋਰਾਂ ਦੀ ਪੈ ਰਹੀ ਹੈ, ਤੁਸੀਂ ਉਹ ਗੱਲਬਾਤ ਸਾਂਝੀ ਕਰਦੇ ਹੁੰਦੇ ਹੋ, ਤੇ ਪਰ ਹੁਣ ਸਿਆਲਾਂ ਦੇ ਵਿੱਚ ਬਲੈਕ ਆਊਟ ਦੇ ਕਿਨਾਰੇ ਤੇ ਪੰਜਾਬ ਪਹੁੰਚ ਚੁੱਕਾ। ਬਿਜਲੀ ਦੇ ਕੱਟ ਪਹਿਲਾਂ ਵੀ ਲੱਗਦੇ ਰਹੇ ਨੇ, ਤੇ ਹੁਣ ਕੀ ਸੂਰਤ ਹਾਲ ਨੇ ਜੀ, ਜੇ ਬਿਜਲੀ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ? ਦੇਖੋ, ਗੱਲ ਇਹ ਆ ਕਿ ਸਾਡੇ ਕੋਲ ਜਿਹੜੀ ਆਪਣੀ ਉਤਪਾਦਨ ਸਮਰੱਥਾ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਨਾ 5000 ਮੈਗਾਵਾਟ ਦੇ ਆਸ-ਪਾਸ ਰਹਿੰਦੀ ਹੈ, ਜਾਂ ਹੱਦ ਖਿੱਚ ਕੇ ਲਾ ਲਓ ਤਾਂ ਉਹ 55 ਜਾਂ 6 ਕਿਤੇ ਟੱਪੀ ਹੈ, ਕਿਤੇ ਕਿਉਂਕਿ ਆਪਣੇ ਕੁਝ ਜਿਹੜੇ ਯੂਨਿਟ ਹੁੰਦੇ ਨੇ ਉਹ ਬੰਦ ਹੋ ਜਾਂਦੇ ਨੇ, ਕੋਈ ਤਕਨੀਕੀ ਫਾਲਟ ਪੈ ਗਿਆ, ਕਿਤੇ ਕੋਲਾ ਘਟ ਗਿਆ, ਜਾਂ ਕੁਝ ਵੀ ਕਈ ਕਾਰਕ ਹੁੰਦੇ ਆ। ਤਾਂ ਜਿਹੜੀ ਫੁੱਲ ਕਪੈਸਿਟੀ ਤੇ ਵੀ ਸਾਡਾ ਜਿਹੜਾ ਬਿਜਲੀ ਉਤਪਾਦਨ ਜੇ ਹੋਵੇ ਤਾਂ 5000 ਮਸਾ ਐਵਰੇਜ ਮੰਨ ਕੇ ਚੱਲੋ, 5000 ਜੀ, 5000 ਮੈਗਾਵਾਟ। ਤਾਂ ਤੁਸੀਂ ਅੱਜ ਦੀ ਤਾਰੀਖ ਦੇ ਵਿੱਚ ਦੇਖੋਗੇ ਤਾਂ ਸਾਡੀ ਹੁਣ ਜਦੋਂ ਆਪਾਂ ਇਹ ਵੇਖ ਕੇ ਚੱਲਦੇ ਹਾਂ ਪੰਜਾਬ ਦੇ ਵਿੱਚ ਕਿ ਧੁੰਦ ਹਿਸਾਬ ਲਾ ਲਓ, ਕਈ ਵਾਰ 3-4 ਵਜੇ ਡਿੱਗਣੀ ਸਟਾਰਟ ਹੋ ਜਾਂਦੀ ਹੈ ਸ਼ਾਮ ਜੀ, ਇੰਨੀ ਧੁੰਦ ਹੋ ਜਾਂਦੀ ਹੈ। 4-5 ਵਜੇ ਤੇ ਪੂਰੀ ਧੁੰਦ ਪੈਣ ਲੱਗ ਜਾਂਦੀ ਹੈ, ਗੱਡੀਆਂ ਐ ਬਿਲਕੁਲ ਹੌਲੀ ਹੌਲੀ ਜੂੰ ਵਾਂਗੂ ਚੱਲਦੀਆਂ ਨੇ। ਤਾਂ ਇਸ ਮੌਸਮ ਦੇ ਵਿੱਚ ਜੇ ਤੁਹਾਡੀ ਇੰਨੀ ਖਪਤ ਅੱਜ 8000 ਮੈਗਾਵਾਟ ਦੀ ਜ਼ਰੂਰਤ ਹੈ, ਤੁਹਾਨੂੰ ਡਿਮਾਂਡ ਹੈ, ਤਾਂ ਹੁਣ ਕੀ ਹੈ ਕਿ ਜਦੋਂ ਤੁਹਾਡੇ ਚੱਲਣਗੇ ਸਾਰੇ ਥਰਮਲ ਪਲਾਂਟ, ਤਦ ਹੀ ਉਹ ਜ਼ਰੂਰਤ ਪੂਰੀ ਹੋਏਗੀ। ਔਰ ਫਿਰ ਤੁਸੀਂ ਦੇਖੋਗੇ ਤਾਂ 2-3000 ਮੈਗਾਵਾਟ ਤਦ ਵੀ ਤੁਹਾਨੂੰ ਖਰੀਦਣੀ ਪਵੇਗੀ ਬਾਹਰੋਂ ਜੀ, ਉਦੋਂ ਜਦ ਤੁਹਾਡੇ ਥਰਮਲ ਪਲਾਂਟ ਚੱਲ ਰਹੇ ਹੋਣਗੇ ਜੀ। ਜੇ ਨਹੀਂ ਚੱਲ ਰਹੇ ਹੋਣਗੇ ਫੁੱਲ ਕਪੈਸਿਟੀ ਤੇ ਤਾਂ ਉਨੀ ਵੱਧ, ਜੇ ਬਿਲਕੁਲ ਨਹੀਂ ਚੱਲਣਗੇ ਤਾਂ 8000 ਮੈਗਾਵਾਟ। ਇਹਦਾ ਮਤਲਬ ਹੈ ਕਿ ਕਰੋੜਾਂ ਦੀ ਡੇਲੀ ਬਿਜਲੀ ਆਪਾਂ ਅੱਜ ਵੀ ਖਰੀਦ ਰਹੇ ਹਾਂ ਪੰਜਾਬੀ, ਚਾਹੇ ਉਹ ਸਿਆਲ ਹੈ, ਹੁਣ ਜਿਵੇਂ ਆਪਾਂ ਕਹਿ ਦਿੰਦੇ ਹਾੜ ਸਿਆਲ। ਤਾਂ ਇਹਦੇ 'ਚ ਕੀ ਦਿੱਕਤ ਆ ਗਈ ਆ? ਦੇਖੋ, ਇਹਨਾਂ ਨੇ ਵੀ ਨਵਾਂ ਕੰਮ ਸ਼ੁਰੂ ਕੀਤਾ ਸੀ, ਪਛਵਾੜਾ ਕੋਲ ਖਾਨ ਜਿਹੜੀ ਸੀਗੀ ਨਾ, ਉਹ ਪੰਜਾਬ ਨੂੰ ਅਲਾਟ ਹੋਈ ਸੀਗੀ। ਉਹਦੇ ਵਿੱਚ ਫਿਰ ਮੁੜ ਕੇ ਕਾਨੂੰਨੀ ਪਚੜਾ ਪੈ ਗਿਆ, ਇਹ ਕੇਸ ਜਿੱਤ ਲਿਆ ਸੀ ਕਾਂਗਰਸ ਨੇ। ਇਹਨਾਂ ਨੇ ਆਪਣੇ ਰਾਜ ਦੇ ਵਿੱਚ ਆ ਕੇ ਉਹ ਚਾਲੂ ਕਰਵਾ ਦਿੱਤੀ, ਪਛਵਾੜਾ ਕੋਲ ਖਾਨ ਜਿਹੜੀ, ਉਹਦੇ ਤੋਂ ਕੁਝ ਕੁ ਰੈਕ ਆਏ ਵੀ ਸਨ, ਪਰ ਯਕਦਮ ਕੀ ਹੋਇਆ ਕਿ ਉਹ ਉੱਥੋਂ ਸਪਲਾਈ ਰੁਕ ਗਈ ਆ। ਉਹਦਾ ਪੰਗਾ ਇਹ ਪਿਆ, ਇਹਨਾਂ ਦੇ ਅਧਿਕਾਰੀ ਉੱਥੇ ਗਏ ਨੇ, ਉਹ ਕਹਿੰਦੇ ਕਿ 2015 ਤੋਂ ਪਹਿਲਾਂ ਜਿਹੜਾ
ਪਛਵਾੜਾ ਕੋਲ ਖਦਾਨ ਦਾ ਕੰਮ ਚੱਲਦਾ ਸੀਗਾ, ਉਹਦੇ 'ਚ ਜਿਹੜੀ ਢੋਆ ਢੁਆਈ ਹੋਈ ਆ, ਉਹ ਤੁਸੀਂ ਸਾਨੂੰ ਪੈਸੇ ਦਿਓ ਪਹਿਲਾਂ, ਉਹ 140 ਕਰੋੜ ਰੁਪਈਆ ਰਕਮ ਬਣਦੀ ਆ ਜੀ। ਹੁਣ ਇਹ ਕਹਿੰਦੇ ਨੇ ਕਿ ਕੁਝ ਫਰਜ਼ੀ ਬਿੱਲ ਨੇ, ਤੇ ਕੁਝ ਦੂਜੀ ਗੱਲ ਇਹ ਆ ਕਿ ਜਿਸ ਬੰਦੇ ਨਾਲ ਪਹਿਲਾਂ ਇਹ ਸਾਰਾ ਸੀਗਾ ਕੰਟਰੈਕਟ, ਉਹ ਪੈਸਿਆਂ ਦਾ ਦੇਣਦਾਰ ਹੈ ਜੇ ਕੋਈ ਦੇਣੇ ਵੀ ਹੈ ਤਾਂ ਇਹ ਇੱਕ ਰੌਲਾ ਪੈਂਦਾ ਪਿਆ, ਜਿਹਦੇ ਕਰਕੇ ਉੱਥੇ ਉਹ ਜਿਹੜੇ ਟਰਾਂਸਪੋਰਟਰ ਨੇ ਲੋਕਲ, ਤੇ ਉਹਨਾਂ ਨੇ ਢੋਆ ਢੁਆਈ ਬੰਦ ਕਰ ਦਿੱਤੀ। ਦੇਖੋ ਨਾ, ਹੁਣ ਜ਼ਾਰਾ ਜੀ ਗੱਲ ਹੈ ਕਿ ਕੋਲਾ ਕੱਢਿਆ ਖਾਣ ਦੇ ਵਿੱਚੋਂ ਜੀ, ਕੱਢ ਕੇ ਤੇ ਸਿੱਧੀ ਹੁਣ ਰੇਲ ਗੱਡੀ ਥੋੜੀ ਨਾ ਖਾਣਾ ਦੇ ਵਿੱਚ ਲੈ ਜਾਣਗੇ ਕਿ ਭਰਿਓ ਮਾੜੀ ਜੀ। ਉੱਥੇ ਰੇਲ ਗੱਡੀ ਤੱਕ ਤੇ ਟਰੱਕ ਹੀ ਆਉਣਗੇ ਨਾ, ਜਿਹੜੇ ਟਿੱਪਰ ਜਿਹੇ ਹੁੰਦੇ ਨੇ ਲੱਦ ਕੇ ਜੀ। ਇਸ ਕਰਕੇ ਉਹ ਰੌਲਾ ਆ, ਉੱਥੋਂ ਸਪਲਾਈ ਰੁਕੀ ਵੀ ਆ। ਤੇ ਹੁਣ ਪੰਜਾਬ ਦੇ ਵਿੱਚ ਕੁਝ ਥਰਮਲ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਵਿੱਚ ਕੋਲਾ ਮੁੱਕਣ ਦੇ ਕੰਢੇ ਤੇ ਆ, ਯਾਨੀ ਕਿਸੇ ਕੋਲ ਕੋਈ 2 ਦਿਨ ਦਾ, ਕਿਸੇ ਕੋਲ 3 ਦਿਨ ਦਾ। ਇੱਕ ਥਰਮਲ ਇਸ ਤਰ੍ਹਾਂ ਦਾ ਹੈਗਾ ਹੈ ਜਿਹਦੇ ਕੋਲ 20 ਕੁ ਦਿਨ ਤੋਂ ਉੱਤੇ ਦਾ ਕੋਲਾ ਹੈਗਾ ਹੈ। ਤਾਂ ਬਲੈਕ ਆਊਟ ਦਾ ਮਤਲਬ ਇਹੀ ਹੈ ਕਿ ਬਲੈਕ ਆਊਟ ਹੁੰਦਾ। ਤੁਸੀਂ ਦੇਖੋਗੇ ਪੂਰੇ ਪੰਜਾਬ ਦੇ ਵਿੱਚ, ਤੇ ਸ਼ਾਮ ਨੂੰ ਸਵੇਰ ਨੂੰ ਜਦੋਂ ਹਨੇਰਾ ਹੁੰਦਾ 2-2 3-3 ਘੰਟੇ ਬਿਜਲੀ ਚਲੇ ਜਾਂਦੀ ਹੈ, ਭੱਜ ਜਾਂਦੀ ਹੈ ਬਿਜਲੀ, ਮੁੜਦੀ ਹੋਏ ਨਹੀਂ ਹੈ। ਤਾਂ ਇਸ ਤਰ੍ਹਾਂ ਬਲੈਕ ਆਊਟ ਦਾ ਇਹੀ ਕਹਿਣ ਦਾ ਮਤਲਬ ਇਹ ਆ, ਜੇ ਇਹਦਾ ਆਪਾਂ ਪੂਰਨ ਤੌਰ ਤੇ ਵਿਆਖਿਆ ਵਾਲਾ ਫੰਡਾ ਸਮਝੀਏ, ਕਿ ਅਸਲ 'ਚ ਬਲੈਕ ਆਊਟ ਹੋਣ ਦੇ ਕਗਾਰ ਤੇ ਇਹੋ ਹੀ ਆ ਕਿ ਜੇ ਫਰਜ਼ ਕਰੋ ਕਿ ਕੱਲ ਨੂੰ ਬਿਲਕੁਲ ਹੀ ਕੋਲਾ ਨਹੀਂ ਮਿਲਦਾ, ਇਹ ਵੀ ਥਰਮਲ ਬੰਦ ਹੋ ਜਾਂਦੇ ਆ, ਤੇ ਧੁੱਪਾਂ ਚੰਗੀਆਂ ਲੱਗ ਜਾਂਦੀਆਂ 15-20 ਦਿਨ, ਮਹੀਨੇ ਬਾਅਦ। ਤਾਂ ਫਿਰ ਜਿਵੇਂ ਜਿਵੇਂ ਹੁਣ ਧੁੱਪਾਂ ਲੱਗਣਗੀਆਂ, ਫਿਰ ਤੁਹਾਡੇ ਖੇਤੀ ਸੈਕਟਰ ਨੂੰ ਵੀ ਬਿਜਲੀ ਚਾਹੀਦੀ ਹੋਏਗੀ ਨਾ, ਕਣਕਾਂ ਨੂੰ ਪਾਣੀ ਲੱਗਣੇ ਸਟਾਰਟ ਹੋ ਜਾਣਗੇ। ਸੋ ਲਿਹਾਜ਼ਾ ਇਸ ਕਰਕੇ ਇਹ ਇੱਕ ਤਰ੍ਹਾਂ ਨਾਲ ਸ਼ਬਦ ਵਰਤਿਆ ਜਾਂਦਾ ਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ 'ਚ ਬਲੈਕ ਆਊਟ ਹੋ ਸਕਦਾ ਹੈ, ਕਿ ਬਿਜਲੀ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੋ ਸਕਦੀ ਹੈ। ਤਾਂ ਇਹਦਾ ਇੱਕ ਮੈਂ ਫੈਕਟ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਅਸਲ ਦੇ ਵਿੱਚ ਜਿਹੜੀ ਆਮ ਦਿਨਾਂ ਦੇ ਨਾਲੋਂ ਐਤਕੀ ਸਾਡੀ ਖਪਤ ਵਧੀ ਆ, ਉਹਦਾ ਇੱਕ ਕਾਰਨ ਇਹ ਹੈ ਕਿ 300 ਯੂਨਿਟ ਵਾਲਾ ਜਿਹੜਾ ਇਹਨਾਂ ਨੇ ਸਹੂਲੀਅਤ ਦਾ ਕੰਮ ਕੀਤਾ ਸੀਗਾ, ਉਹ ਵੀ ਥੋੜਾ ਪੁੱਠਾ ਪੈ ਗਿਆ, ਕਿਉਂਕਿ ਆਮ ਸਮੇਂ ਦੇ ਨਾਲੋਂ 78,000 ਕਨੈਕਸ਼ਨ ਵੱਧ ਲੈ ਲਿਆ ਲੋਕਾਂ ਨੇ। ਇਹੀ ਕਿ ਜੁਗਾੜ ਤੁਹਾਨੂੰ ਪਤਾ ਹੀ ਹੈ ਜ਼ਿੰਦਾਬਾਦ ਹੈ। ਜਿਹੜੀ ਮੁਫਤ ਬਿਜਲੀ ਵਾਲੇ ਚੱਕਰ ਦੇ ਵਿੱਚ। ਰਾਈਟ। ਮਿੰਟੂ ਜੀ, ਇਹ ਦੱਸਿਓ, ਹੁਣ ਜਿਹੜੀ ਭਾਰਤ ਜੋੜੋ ਯਾਤਰਾ ਹੈ ਪੰਜਾਬ ਦੇ ਵਿੱਚ ਦਾਖਲ ਹੋਈ, ਰਾਹੁਲ ਗਾਂਧੀ ਅੱਜ ਹਰਿਮੰਦਰ ਸਾਹਿਬ ਗਏ ਸੀ, ਉੱਥੇ ਉਹਨਾਂ ਨੇ ਉੱਥੇ ਨਤਮਸਤਕ ਹੋਏ ਨੇ, ਤੇ ਹੁਣ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਦਾ ਪਹੁੰਚਣਾ ਤੇ ਰਾਹੁਲ ਗਾਂਧੀ ਦੀ ਆਮਦ, ਪੋਲੀਟੀਕਲ ਰਿਐਕਸ਼ਨ ਕੀ ਹੈ, ਸੋਸ਼ਲ ਰਿਐਕਸ਼ਨ ਕੀ ਹੈ, ਕੀ ਕੁਝ ਹੋਣ ਦੀ ਉਮੀਦ ਹੈ ਜੀ? ਦੇਖੋ, ਗੱਲ ਕੀ ਹੈ ਕਿ ਜਿਹੜੇ ਪੋਲੀਟੀਕਲ ਰਿਐਕਸ਼ਨ ਨੇ ਉਹ ਤਾਂ ਵਿਜੇ ਜੀ, ਜਿਵੇਂ ਹੁਣ ਕਾਂਗਰਸ ਹੈ ਤਾਂ ਉਹ ਘਿਰ ਜਾਂਦੀ ਇੱਕ ਮੁੱਦੇ ਤੇ, ਦਰਬਾਰ ਸਾਹਿਬ ਅਟੈਕ ਤੇ। ਫਿਰ ਦੂਜੇ ਪਾਸੇ ਘੇਰਨ ਵਾਲੇ ਕੌਣ ਨੇ? ਉਹ ਜੁਆਇੰਟਲੀ ਘੇਰਦੇ ਆ ਅਕਾਲੀ ਦਲ, ਭਾਜਪਾ, ਕਿਉਂਕਿ ਭਾਜਪਾ ਹਮੇਸ਼ਾ 84 ਸਿੱਖ ਨਸਲਕੁਸ਼ੀ ਦੇ ਉਲਟ ਬਹੁਤ ਬੇਬਾਕੀ ਨਾਲ ਬੋਲਦੀ ਨਜ਼ਰ ਆਏਗੀ। ਪਰ ਜਿਵੇਂ ਧਿਆਨ ਤੁਸੀਂ ਗੁਜਰਾਤ ਬੰਨੀ ਉਹਨਾਂ ਦਾ ਲੈ ਕੇ ਜਾਓਗੇ, ਚੁੱਪ ਹੋ ਜਾਣਗੇ, ਉੱਥੇ ਕੋਈ ਬਹੁਤੇ ਜਵਾਬ ਨਹੀਂ ਹੋਣਗੇ। ਤਾਂ ਖੈਰ, ਤਾਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਕੁਝ ਵੱਖਰੇ ਤਰੀਕੇ ਨਾਲ ਇਹਨਾਂ ਦੀ ਘੇਰਾਬੰਦੀ ਕਰਦੀ ਆ। ਉਹ ਕਹਿੰਦੀ ਹੈ ਕਿ ਖਤਮ ਹੋ ਚੁੱਕੇ ਆ, ਇਹ ਨਹੀਂ ਉੱਠਦੇ ਹੁਣ। ਉਹਨਾਂ ਦੇ ਕੋਲ ਡਾਇਲੌਗ ਇਸ ਤਰ੍ਹਾਂ ਦੇ ਹੋਣਗੇ, ਉਹ ਜ਼ਿਆਦਾ ਬਲਕਿ ਸਖਤ ਸ਼ਬਦ ਇਸਤੇਮਾਲ ਨਹੀਂ ਕਰਦੇ। ਉਹ ਇਹ ਕਹਿੰਦੇ ਕਿ ਪੋਲੀਟੀਕਲੀ ਬਿਲਕੁਲ ਖਤਮ ਹੋ ਗਿਆ, ਡਰਾਮਾ ਇਹਨਾਂ ਨੂੰ ਦੁਬਾਰਾ ਸਜੀਵ ਨਹੀਂ ਕਰੇਗਾ, ਨਿਰਜੀਵ ਹੀ ਰਹਿਣਗੇ। ਤਾਂ ਇਸ ਤਰ੍ਹਾਂ ਰਿਐਕਸ਼ਨ ਜਿਹੜੇ ਆ ਉਹ ਰਲਵੇਂ ਮਿਲਵੇਂ। ਤਾਂ ਦੂਜੇ ਪਾਸੇ ਕਾਂਗਰਸ ਕਹਿ ਰਹੀ ਹੈ ਕਿ ਕੋਈ ਪੋਲੀਟੀਕਲ ਯਾਤਰਾ ਹੈ ਹੀ ਨਹੀਂ। ਯਾਰ, ਗੱਲ ਨੂੰ ਸਮਝੋ, ਅਸਲ 'ਚ ਇਹ ਦੇਸ਼ ਤੋੜਿਆ ਜਾ ਰਿਹਾ ਹੈ, ਇਸ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ, ਆਪਾਂ ਤੇ ਉਸ ਦੇਸ਼ ਨੂੰ ਬਚਾਉਣਾ ਵਾ, ਤੁਸੀਂ ਵੀ ਆ ਜਾਓ। ਉਹ ਦੂਜਿਆਂ ਨੂੰ ਕਹੀ ਜਾਂਦੇ ਆ ਕਿ ਤੁਸੀਂ ਵੀ ਯਾਤਰਾ 'ਚ ਸ਼ਾਮਲ ਹੋ ਜਾਓ। ਤਾਂ ਇਹ ਤਾਂ ਪੋਲੀਟੀਕਲ ਰਿਐਕਸ਼ਨਸ ਨੇ ਜਿਹੜੇ ਆਉਂਦੇ ਨੇ, ਪ੍ਰਤੀਕਰਮ ਰੱਦੇ ਅਮਲ ਤੁਹਾਨੂੰ ਪਤਾ ਹੀ ਹੈ ਚੱਲਦੇ ਰਹਿੰਦੇ ਨੇ। ਪਰ ਸੋਸ਼ਲੀ ਜੇ ਤੁਸੀਂ ਦੇਖੋਗੇ ਤਾਂ ਇਹ ਨਹੀਂ ਹੈ, ਕਿਉਂਕਿ ਕਾਂਗਰਸ ਉਹੀ ਕਾਂਗਰਸ ਹੈ ਨਾ ਜੀ, ਜਿਹਨੂੰ ਲੋਕਾਂ ਨੇ 10 ਮਹੀਨੇ ਪਹਿਲਾਂ ਤਾਂ ਗਲਤ ਅੱਖਰ ਵਾਂਗੂ ਪੂੰਝਤਾ ਜੀ, ਦਿਲ ਦੇ ਵਿਹੜੇ 'ਚੋਂ, ਜਾਂ ਕਹ ਲਓ ਕੱਖਾਂ ਵਾਂਗੂ ਪੂੰਝਦਾ ਜੀ। ਹੁਣ 10 ਮਹੀਨਿਆਂ 'ਚ ਕੁਝ ਐਸਾ ਥੋੜੀ ਹੋ ਗਿਆ ਕਿ ਕਾਂਗਰਸ ਦੇ ਨਾਲ ਫਿਰ ਇਲੂ ਹੋ ਜਾਵੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ। ਹਾਂ, ਇਹ ਆ ਕਿ ਜਿਹੜੀ ਇਹਨਾਂ ਦੀ ਕਾਂਗਰਸ ਦੀ ਆਪਸ ਦੇ ਵਿੱਚ ਖਿੱਚੋਤਾਣ ਸੀ, ਉਹ ਕਿਤੇ ਨਾ ਕਿਤੇ ਥੋੜੀ ਮੁੱਕਦੀ ਜਾਪਦੀ ਆ। ਉਹਦੀ ਇੱਕ ਮਿਸਾਲ ਲੈ ਲਓ ਕਿ ਪਿਛਲੇ ਦਿਨੀ ਕਮਲਜੀਤ ਸਿੰਘ ਬਰਾੜ ਨੂੰ ਕੱਢ ਦਿੱਤਾ ਗਿਆ ਸੀਗਾ ਪਾਰਟੀ 'ਚੋਂ, ਤੁਹਾਨੂੰ ਯਾਦ ਹੋਏਗਾ। ਹੁਣ ਉਹਦੇ ਫਾਦਰ ਨੇ ਕੱਲ ਕੈਮਰਿਆਂ ਦੇ ਸਾਹਮਣੇ ਆ ਕੇ ਇਹ ਗੱਲ ਕਹੀ ਆ ਕਿ ਮੇਰੇ ਦੋਨੇ ਬਈ ਮੁੰਡਿਆਂ ਵਰਗੇ ਨੇ, ਮੁੰਡੇ ਇੱਕ ਤਾਂ ਮੁੰਡਾ ਹੈਗਾ ਹੀ ਆ ਵੀ, ਦੋਨੇ ਮੇਰੇ ਮੁੰਡੇ ਨੇ ਜੀ, ਦੋਨੇ ਮੇਰੇ ਪੁੱਤ ਨੇ, ਦੋਨੇ ਹੀ ਇਕੱਠੇ ਜਾਣਗੇ, ਕੋਈ ਚੱਕਰ ਨਹੀਂ ਹੈਗਾ। ਤਾਂ ਇਹਦਾ ਮਤਲਬ ਕਿ ਉਹਨਾਂ ਨੇ ਸੰਕੇਤ ਦਿੱਤਾ ਜਾਂ ਪੁਸ਼ਟੀ ਕੀਤੀ ਇਸ ਗੱਲ ਦੀ ਕਿ ਬਾਈ ਸਾਰਾ ਕੁਝ ਠੀਕ ਆ।
ਤਾਂ ਜਿਹੜੀ ਕਾਂਗਰਸ ਦੇ ਵਿੱਚ ਇੱਕ ਬਿਖਰਾਓ ਦੀ ਆਪਾਂ ਸਥਿਤੀ ਦੇਖਦੇ ਸੀਗੇ, ਜਿਹੜੀ ਟੁੱਟ ਭੱਜ ਸੀ, ਖੱਖੜੀਆਂ ਕਰੇਲਿਆਂ ਵਾਂਗੂ ਇਹ ਵਿਖਰੇ ਜੇ ਨਜ਼ਰ ਆ ਰਹੇ ਸੀ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਇੱਕ ਮੰਚ ਤੇ ਜਾਂ ਇੱਕ ਯਾਤਰਾ 'ਚ ਜਾ ਕੇ ਮਨ ਜਿਹੜੇ ਆ ਉਹ ਸ਼ਾਇਦ ਮਿਲ ਜਾਣਗੇ ਜੀ, ਏਕੇ ਦੇ ਦੁਬਾਰਾ ਧਾਗੇ 'ਚ ਪਰੋਏ ਜਾਣਗੇ। ਤਾਂ ਜਦੋਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਸ਼ਕਤੀ ਸੰਗਠਿਤ ਹੁੰਦੀ ਹੈ ਤਾਂ ਉਹ ਕ੍ਰਾਂਤੀ ਵੀ ਬਣ ਜਾਂਦੀ ਹੈ, ਔਰ ਖਿੰਡੀ ਹੋਈ ਸ਼ਕਤੀ ਜਿਹੜੀ ਉਹ ਮਿੱਟੀ ਦੇ ਬਰਾਬਰ ਹੁੰਦੀ ਹੈ। ਇਹ ਫਾਇਦਾ ਤਾਂ ਹੋ ਸਕਦਾ ਕਾਂਗਰਸ ਨੂੰ ਆਪਣੀ ਪਾਰਟੀ ਪੱਧਰ ਤੇ, ਪਰ ਜੇ ਆਪਾਂ ਕਹੀਏ ਕਿ ਸਾਰਾ ਪੰਜਾਬ ਜੀ ਹੁਣ ਸ਼ੰਭੂ ਖਲੋਤਾ ਸੀ ਜਾ ਕੇ ਕਿ ਰਾਹੁਲ ਆਏਗਾ ਜਾਂ ਸਾਰਾ ਪੰਜਾਬ ਉਧਰ ਨੂੰ ਚਲਾ ਜਾਏਗਾ, ਉਹ ਐਸਾ ਨਹੀਂ ਹੈ। ਹਾਂ, ਇਹ ਹੈ ਕਿ ਕਾਂਗਰਸ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਮੌਕਾ ਜ਼ਰੂਰ ਮਿਲ ਰਿਹਾ ਇਹਦੇ ਨਾਲ ਕਿ ਉਹ ਇਕੱਠੇ ਹੋਣ, ਚਿੰਤਨ ਕਰਨ, ਦੁਬਾਰ ਤੋਂ ਜੁਟ ਜਾਣ। ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਕਿ ਉਹਦਾ ਇੰਤਜ਼ਾਰ ਕਰਨ ਕਿ ਕਿੱਥੇ ਉਹਨਾਂ ਦੀ ਫੇਲੀਅਰ ਹੁੰਦੀ ਉਹ ਕੇਰਨ। ਸੋ ਇਹ ਚੀਜ਼ ਤੇ ਹੋ ਸਕਦੀ ਹੈ। ਬਾਕੀ ਆਪਣੇ ਜੋ ਕਹੀਏ ਕਿ ਹੁਣ ਦੀ ਯਾਤਰਾ ਜਿਹੜੀ 2024 ਦੇ ਵਿੱਚ ਇਹਨਾਂ ਨੂੰ ਇੱਕ ਐਸਾ ਉਭਾਰ ਦੇ ਜਾਏਗੀ ਕਿ ਵਾਈਟ ਵਾਸ਼ ਕਰ ਦੇਣਗੇ, ਐਸਾ ਨਹੀਂ ਹੈ ਜੀ। ਤੇ ਮਿੰਟੂ ਜੀ, ਉਧਰੋਂ ਜਿਹੜੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਉਹਨਾਂ ਨੂੰ ਝਟਕਾ ਲੱਗਾ। ਕੀ ਹੁਣ ਅਪਡੇਟ ਹੈ ਜੀ ਇਹ ਪਲਾਟ ਟ੍ਰਾਂਸਫਰ ਵਾਲੇ ਮਾਮਲੇ 'ਚ ਹੋਇਆ ਕੁਛ ਅੱਗੇ ਕਾਰਵਾਈ? ਹਾਂਜੀ, ਇਹਦੀ ਜ਼ਮਾਨਤ ਜਿਹੜੀ ਆ ਸਾਬਕਾ ਮੰਤਰੀ ਦੀ ਉਹ ਰੱਦ ਹੋ ਗਈ ਆ, ਜਾਨੀ ਇਹਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪਊਗਾ। ਇੱਧਰ ਇਸ ਉਦਯੋਗਿਕ ਪਲਾਟ ਘੁਟਾਲੇ ਦਾ ਬੜਾ ਚੱਕਰ ਪਿਆ ਖਲੋਤਾ ਹੈ ਵਿਜੇ ਜੀ। IS ਲੌਬੀ ਜਿਹੜੀ ਆ ਉਹ ਕੰਮ ਛੱਡੀ ਬੈਠੀ ਹੈ, PCS ਲੌਬੀ ਜਿਹੜੀ ਹੈ ਉਹ ਅੱਡ ਤੋਂ, ਕਿਉਂਕਿ ਉਹਨਾਂ ਦਾ ਇੱਕ ਅਧਿਕਾਰੀ ਰਗੜਿਆ ਗਿਆ ਸੀਗਾ ਜੀ। ਅੱਜ ਇਹ ਸੂਰਤ ਹਾਲ ਆ ਕਿ ਲੋਕ ਠੰਡ ਦੇ ਵਿੱਚ ਠੁਰ ਕਰਦੇ ਦਫ਼ਤਰਾਂ 'ਚ ਜਾਂਦੇ ਆ ਤੇ ਦਫ਼ਤਰਾਂ ਦੇ ਵਿੱਚ ਤਾਲੇ ਉਹਨਾਂ ਦਾ ਸਵਾਗਤ ਕਰਦੇ ਆ। ਫਿਰ ਉਹ ਮੋਬਾਈਲ ਦੇ ਵਿੱਚ ਲੱਭ ਕੇ YouTube ਤੋਂ ਗਾਣਾ ਸੁਣ ਲੈਂਦੇ ਆ ਕਿ ਸੋਹਣੀਆਂ ਸ਼ਕਲਾਂ ਵਾਲੇ ਘਰ ਦੀ ਰੌਣਕ ਲੈ ਗਏ, ਨਾਲੇ ਤੇ ਬੂਹੇ ਬਾਹਰ ਲਮਕਦੇ ਤਾਲੇ, ਮੇਲਾ 4 ਦਿਨਾਂ ਦਾ ਜੀ। ਇੱਥੇ ਤੇ 4 ਦਿਨ ਵੀ ਕਹਿੰਦੇ ਕਿ ਕਚਹਿਰੀਆਂ 'ਚ ਮੇਲਾ ਨਹੀਂ ਲੱਗਣ ਡਿਆ। ਲੋਕ ਨਾਰਾਜ਼ ਹੋ ਕੇ ਗੁੱਸੇ ਹੋ ਕੇ ਮੁੜ ਰਹੇ ਨੇ, ਗਾਲਾਂ ਵੀ ਕੱਢ ਰਹੇ ਨੇ ਤੱਤੀਆਂ, ਕਿਉਂਕਿ ਠੰਡ 'ਚ ਆਉਣਾ ਬਹੁਤ ਔਖਾ ਹੁੰਦਾ ਹੈ ਨਾ ਲੋਕਾਂ ਨੂੰ। ਪਰ ਸਰਕਾਰ ਬਨਾਮ ਅਫਸਰਸ਼ਾਹੀ, ਇੱਥੇ ਇੱਕ ਮੈਚ ਚੱਲ ਰਿਹਾ। ਹਾਲਾਂਕਿ ਜੇ ਤੁਸੀਂ ਵੇਖੋਗੇ IS ਖੁੱਲੇ ਰੂਪ 'ਚ PC ਨਹੀਂ ਕਰਦੇ ਹੁੰਦੇ, ਖੁੱਲੇ ਰੂਪ ਦੇ ਵਿੱਚ ਕੋਈ ਪ੍ਰੋਟੈਸਟ ਨਹੀਂ ਕਰਦੇ ਹੁੰਦੇ ਇਸ ਤਰ੍ਹਾਂ ਦੇ ਅਫਸਰ, ਪਰ ਅੰਦਰ ਖਾਤੇ ਪੂਰਾ ਰੱਸਾ ਕਸ਼ੀ ਵਾਲਾ ਕੰਮ ਚੱਲਣ ਡਿਆ ਹੈ। ਸਰਕਾਰ ਜਿਹੜੀ ਆ ਉਹ ਮਾੜੀਆਂ ਮੋਟੀਆਂ ਕਹਿ ਲਓ ਕਿ ਨਿਉਂਦਰਾਂ ਉਡਾਉਂਦੀ ਹੈ ਕਿ ਅੜ ਜਾਵੇ ਕੰਮ, ਪਰ ਦੂਸਰੇ ਪਾਸੇ ਅਫਸਰਸ਼ਾਹੀ ਜਿਹੜੀ ਆ ਉਹ ਸਰਕਾਰ ਨੂੰ ਕਾਬੂ ਕਰਨਾ ਚਾਹੁੰਦੀ ਹੈ ਕਿ ਇਹਨਾਂ ਨੂੰ ਇੱਕ ਵਾਰੀ ਅੱਗੇ ਲਾ ਲਈਏ, ਮੁੜ ਕੇ ਛੇਤੀ ਕਿਤੇ ਹੱਥ ਨਹੀਂ ਪਾਓਗੇ। ਸੋ ਸੂਰਤ ਹਾਲ ਕੁੱਲ ਮਿਲਾ ਕੇ ਇਸ ਮਾਮਲੇ ਚੋਂ ਨਿਕਲੀ ਹੋਈ ਆ ਜੀ। ਮਿੰਟੂ ਜੀ, ਆਮ ਤੌਰ ਤੇ ਜਦੋਂ ਵੀ ਝੋਨੇ ਦੀ ਖੇਤੀ ਦੀ ਗੱਲ ਹੁੰਦੀ ਹੈ ਤੇ ਸਵਾਲ ਇਹੀ ਉੱਠਦਾ ਵੀ ਵਾਟਰ ਇੰਟੈਂਸਿਵ ਕ੍ਰੌਪ ਹੈ, ਪਾਣੀ ਬਹੁਤ ਜ਼ਰੂਰਤ ਪੈਂਦੀ ਝੋਨੇ ਵਾਸਤੇ। ਤੇ ਜਦੋਂ ਕਦੇ ਵੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਗੱਲ ਹੋਵੇ ਕਿ ਪਾਣੀ ਦਾ ਪੱਧਰ ਆਲਰੇਡੀ ਹੇਠਾਂ ਨੂੰ ਜਾ ਰਿਹਾ, ਸੋ ਇਸ ਕਰਕੇ ਝੋਨੇ ਦੀ ਖੇਤੀ ਕਰਨੀ ਹੁਣ ਵਾਇਬਲ ਰਹਿ ਨਹੀਂ ਗਈ। ਪਰ ਹੁਣ ਖੋਜੀਆਂ ਨੇ ਇੱਕ ਝੋਨੇ ਦੀ ਅਜਿਹੀ ਕਿਸਮ ਤਿਆਰ ਕਰ ਲਈ ਆ ਜਿਹਦੀ ਪੈਦਾਵਾਰ ਦੇ ਵਿੱਚ ਅੱਧਾ ਪਾਣੀ ਰਿਕੁਆਇਰਡ ਆ, ਮਤਲਬ ਉਹਦੀ 50% ਰਿਕੁਆਇਰਮੈਂਟ ਆ ਵਾਟਰ ਦੀ। ਇਹਦੇ ਬਾਰੇ ਕੀ ਵੇਰਵਾ ਜੀ, ਕਿੱਥੇ ਕੀਤੀ ਗਈ ਖੋਜ ਇਹ? ਦੇਖੋ, ਇੰਡੀਆ ਜਿਹੜਾ ਹੈ ਨਾ 2023 ਨੂੰ ਕਿਸੇ ਦਿਨ ਕਰਾਂਗੇ ਤਫਸੀਲ ਦੇ ਨਾਲ ਇਹਦੇ ਤੇ ਵੀ ਗੱਲ, ਕਿ ਇਹ ਹੁਣ ਮੋਟੇ ਅਨਾਜ ਦੇ ਵਜੋਂ ਇਹ ਵਰਾ ਸਮਰਪਿਤ ਕਰਕੇ ਮਨਾ ਰਿਹਾ 2023 ਕਿ ਜਿਹੜਾ ਮੋਟਾ ਅਨਾਜ ਆ ਜਨਤਾ ਨੂੰ ਉਹਦੇ ਵੱਲ ਤੋਰਿਆ ਜਾਵੇ, ਮੋੜਿਆ ਜਾਵੇ। ਤੇ ਜੇ ਤੁਸੀਂ ਮੋਟੇ ਅਨਾਜ ਦੀ ਪੈਦਾਵਾਰ ਨੂੰ ਵੇਖੋਗੇ, ਉਹਦੇ ਵਿੱਚ ਪਾਣੀ ਦੀ ਖਪਤ ਸਿਰਫ ਤੇ ਸਿਰਫ 10% ਰਹਿ ਜਾਂਦੀ ਹੈ। ਇਹ ਵੀ ਇੱਕ ਕਦਮ ਜਿਹੜਾ ਅੱਛਾ ਕਦਮ ਆ, ਪਰ ਉਹਦੇ ਨਤੀਜੇ ਗਾਂ ਕੀ ਨਿਕਲਣਗੇ ਉਹਦਾ ਪਤਾ ਨਹੀਂ ਆਉਂਦੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਮੇਂ ਦੇ ਗਰਭ 'ਚ ਹੁੰਦੀਆਂ ਨੇ, ਕਾਮਯਾਬ ਹੁੰਦੀਆਂ ਜਾਂ ਫੇਲ ਹੋ ਜਾਂਦੀਆਂ। ਕਿਉਂਕਿ ਸ੍ਰੀਲੰਕਾ ਦਾ ਤੁਹਾਡੇ ਸਾਹਮਣੇ ਇੱਕ ਉਗੜਵਾਂ ਮਿਸਾਲ ਆ। ਉਹਨਾਂ ਦੀ ਸਭ ਤੋਂ ਵੱਡੀਆਂ ਗਲਤੀਆਂ ਦੇ ਵਿੱਚੋਂ ਇਹ ਵੀ ਗਲਤੀ ਇੱਕ ਗਿਣੀ ਜਾਂਦੀ ਹੈ ਕਿ ਇਹਨਾਂ ਨੇ ਯਕਦਮ ਆਰਗੈਨਿਕ ਖੇਤੀ ਵੱਲ ਆਪਣਾ ਜਿਹੜਾ ਫਾਰਮਿੰਗ ਸੈਕਟਰ ਸੀਗਾ, ਕਿਸਾਨੀ ਵਾਲਾ ਸੈਕਟਰ ਸੀ, ਐਗਰੀਕਲਚਰ ਵਾਲਾ ਸੈਕਟਰ ਸੀ, ਉੱਧਰ ਮੋੜ ਦਿੱਤਾ ਨਾ, ਤਾਂ ਉੱਥੇ ਯੱਬ ਪੈ ਗਿਆ। ਸੋ ਇਹ ਹੁੰਦਾ ਕਿ ਤੁਸੀਂ ਯਕਦਮ ਸ਼ਿਫਟਿੰਗ ਵੀ ਨਹੀਂ ਨਾ ਮਾਰ ਸਕਦੇ, ਵੀ ਪੰਗਾ ਹੋ ਜਾਂਦਾ ਹੈ। ਖੈਰ, ਇੱਧਰ ਹੁਣ ਦੂਜੇ ਪਾਸੇ ਨਾਲ ਇਹ ਕੁਝ ਖੋਜਾਂ ਕਰ ਰਹੇ ਨੇ ਕਿ ਜਿੱਥੇ ਪਾਣੀ ਦੀ, ਹੁਣ ਜਿਵੇਂ ਆਪਾਂ ਦੇਖਦੇ ਹਾਂ ਸਾਡੇ ਇੱਥੇ ਹੁਣ ਪਾਣੀ ਦੀ ਕਹਾਣੀ ਜਿਹੜੀ ਉਹ ਦਾਅ ਤੇ ਲੱਗੀ ਪਈ ਆ। 80 ਬਲਾਕ ਸਾਡੇ ਜਿਹੜੇ ਆ ਉਹ ਡਾਰਕ ਹੋ ਚੁੱਕੇ ਆ। 2-3 ਜ਼ਿਲ੍ਹੇ ਰਹਿੰਦੇ ਸਨ, ਸਾਡਾ ਜ਼ਿਲ੍ਹਾ ਸੀਗਾ ਫਰੀਦਕੋਟ ਸੀਗਾ, ਕੁਝ ਕੁ ਹਿੱਸਾ ਫਿਰੋਜ਼ਪੁਰ ਦਾ ਹੈ, ਉਹ ਇਹਨਾਂ ਨੇ ਕੰਕਰੀਟ ਪਾ ਦਿੱਤਾ ਵੱਡੀਆਂ ਨਹਿਰਾਂ ਦੇ ਵਿੱਚ। ਅੱਜ ਨੂੰ ਤੁਸੀਂ ਰਾਜਸਥਾਨ ਕੈਨਾਲ ਕਹਿੰਦੇ ਜਿਹੜੀ ਰਾਜਸਥਾਨ ਨੂੰ ਜਾਂਦੀ ਆ, ਤੇ ਉਹ ਬਿਲਕੁਲ ਹੁਣ ਪਾਣੀ ਇੱਥੇ ਵੀ ਜਿੱਦਾਂ ਕਹਿ ਲਓ ਕਿ ਜਿਹੜਾ ਉਹ ਹੈ ਬਲਾਕ ਉਹ ਡਾਰਕ 'ਚ ਚਲੇ ਜਾਣਗੇ, ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦਾ ਬਲਾਕ ਬਚਿਆ ਵਾ। ਤਾਂ ਅਸੀਂ ਆਪਣੇ ਪੈਰਾਂ ਤੇ ਕੁਹਾੜੀਆਂ ਵੀ ਤੇ ਆਪ ਮਾਰ ਰਹੇ ਹਾਂ ਨਾ। ਬਿਲਕੁਲ।
ਉਹਦੇ ਵਿੱਚ ਇਹੀ ਹੈ ਕਿ ਉਹਦਾ ਨਾਮ ਦਕਸ਼ ਹੈ ਤੇ ਇਹਨਾਂ ਨੇ 1000 ਏਕੜ ਦੇ ਵਿੱਚ ਕਰਨਾਟਕ ਦੇ ਵਿੱਚ ਸ਼ੁਰੂ ਕਰ ਦਿੱਤਾ ਹੈ। ਤੇ ਇਹਦੇ ਜਿਹੜੇ ਪ੍ਰੋਫੈਸਰ ਸ਼ੇਸ਼ਾਈ ਹੈ ਉਹ ਕਹਿੰਦੇ ਆ ਕਿ ਬਈ ਜੇਕਰ ਪੰਜਾਬ ਦੇ ਵਿੱਚ ਇਸ ਨੂੰ ਥੋੜਾ ਜਿਹਾ ਡੂੰਘਾ ਕਰਕੇ ਲਾਇਆ ਜਾਵੇ ਤੇ ਝੋਨਾ ਪੂਰੀ ਸੰਭਾਵਨਾ ਰੱਖਦਾ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਉਹ ਹੱਦ ਤੱਕ ਜ਼ਰੂਰ ਬਚਾਏਗਾ। ਤੇ ਮਿੰਟੂ ਜੀ, ਭਾਰਤ ਹੁਣ ਜਾਪਾਨ ਨੂੰ ਓਵਰਟੇਕ ਕਰਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਆਟੋ ਬਾਜ਼ਾਰ ਬਣ ਗਿਆ ਜੀ। ਹਾਂਜੀ, ਦੇਖੋ ਇਹਦੇ ਵਿੱਚ ਕੀ ਹੈ ਕਿ ਜਾਪਾਨ ਨੂੰ ਪਛਾੜ ਕੇ ਇੰਡੀਆ ਜਿਹੜਾ ਇਹ ਤੀਜੇ ਨੰਬਰ ਦਾ ਜ਼ਿਆਦਾ ਵਿਕਰੇਤਾ ਗੱਡੀਆਂ ਵਾਲੇ ਉਹਨਾਂ ਦੀ ਸੂਚੀ 'ਚ ਗਿਆ ਹੈ। ਤਾਂ ਇੱਕ ਕਹਿ ਲਓ ਕਿ ਥੋੜਾ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਇੰਡੀਆ ਵਾਸਤੇ ਇਹ ਇੱਕ ਮਾਣ ਕਰਨ ਵਾਲੀ ਗੱਲ ਹੈ। ਮਾਣ ਕਰਨ ਵਾਲੀ ਮੈਂ ਕਿਉਂ ਕਹਿ ਰਿਹਾ ਵਾਂ, ਕਿਉਂਕਿ ਇੱਥੋਂ ਪਤਾ ਲੱਗਦਾ ਹੈ ਕਿ ਤੁਹਾਡੀ ਗਰੋਥ ਕਿਸ ਤਰ੍ਹਾਂ ਦੀ ਹੈ ਜੀ। ਇਹਨਾਂ ਵਾਸਤੇ ਇਹ ਸੁਖਦ ਖਬਰ ਹੈ। ਵੈਸੇ ਇੱਕ ਅੱਜ ਮੈਂ ਰਿਪੋਰਟ ਪੜ੍ਹਦਾ ਪਿਆ ਸਾਂ, ਕਹਿੰਦੇ ਕਿ ਸਾਊਦੀ ਜਿਹੜਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਪੂਰਾ ਅਮੀਰ ਮੁਲਕ ਹੈ, ਉਹ ਇੱਕ ਸੰਭਾਵਨਾ ਰੱਖ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਲ ਹੀ ਸ਼ਾਇਦ ਕਿ ਇੰਡੀਆ ਨੂੰ ਉਹ ਜੋ ਫਾਸਟੈਸਟ ਗਰੋਇੰਗ ਕੰਟਰੀ ਹੈ ਕਿਸੇ ਵੀ ਮਾਮਲੇ 'ਚ GDP ਲੈ ਲਓ, ਨੋਮੀਨਲ GDP ਦੇ ਆਧਾਰ ਤੇ ਆਪਾਂ ਕਹਿ ਲਈਏ ਤੇ ਉਹਨੂੰ ਪਿੱਛੇ ਛੱਡ ਜਾਏਗਾ, ਕਿਉਂਕਿ ਗਰੋਥ ਰੇਟ ਇੰਡੀਆ ਦੀ ਸਭ ਤੋਂ ਜ਼ਿਆਦਾ ਹੈ ਨਾ ਇਸ ਟਾਈਮ ਜੀ। ਇਹਨੂੰ ਪਿੱਛੇ ਛੱਡ ਜਾਏਗਾ, ਪਰ ਉਹ ਵਕਤੀ ਤੌਰ ਤੇ ਆ। ਖੈਰ ਦੇਖਦੇ ਆ ਕਿ ਉਹਦੇ 'ਚ ਕਿੰਨਾ ਕੁ ਅੱਗੇ ਭੱਜਦੇ ਆ, ਕਿੰਨਾ ਕੁ ਪਿੱਛੇ ਰਹਿੰਦੇ ਆ। ਪਰ ਇੱਥੇ ਜਾਪਾਨ ਪਿੱਛੇ ਰਹਿ ਗਿਆ। ਜਾਪਾਨ ਨੇ ਜਿੰਨੀ ਵਿਕਰੀ ਕੀਤੀ ਹੈ ਉਹਦੇ ਮੁਕਾਬਲੇ, ਹਾਲਾਂਕਿ ਇੱਕ ਜਿਹੜੀ ਤਿਮਾਹੀ ਹੈ ਅਕਤੂਬਰ ਤੋਂ ਦਸੰਬਰ ਤੱਕ ਦੀ, ਉਹਦੇ ਟਾਟਾ ਵਾਲਿਆਂ ਨੇ ਅੰਕੜੇ ਹਾਲੇ ਜਾਰੀ ਕਰਨੇ ਆ, ਪਰ ਇਸ ਦੇ ਬਾਵਜੂਦ ਇਹ ਜਾਪਾਨ ਨੂੰ ਪਿੱਛੇ ਛੱਡ ਗਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜਾਪਾਨ ਦੀ ਆਪਣੀ ਪ੍ਰੋਬਲਮ ਵੀ ਹੈ ਨਾ ਵਿਜੇ ਜੀ, ਕਿਉਂਕਿ ਜਾਪਾਨ ਇਸ ਵੇਲੇ ਤੁਸੀਂ ਦੇਖੋਗੇ ਤਾਂ ਨੌਜਵਾਨਾਂ ਦੀ ਕਮੀ ਨਾਲ ਵੀ ਜੂਝ ਰਿਹਾ ਹੈ ਜੀ। ਦੈਟਸ ਰਾਈਟ। ਇਸ ਵੇਲੇ ਉਹਨਾਂ ਦੀ ਬਹੁਤ ਵੱਡੀ ਵਸੋਂ ਜਿਹੜੀ ਹੈ ਉਹ ਬਿਰਧ ਹੋ ਰਹੀ ਆ। ਸਿੰਗਲ ਵੀ ਵਸੋਂ ਬਹੁਤ ਹੈ ਉਹਨਾਂ ਦੀ। ਉਹਨਾਂ ਨੇ ਪਿੱਛੇ ਜੇ ਤਾਂ ਇਹ ਵੀ ਯੋਜਨਾ ਲਿਆਂਦੀ ਸੀ ਕਿ ਕੋਈ ਟੋਕੀਓ ਵਰਗੇ ਸ਼ਹਿਰਾਂ ਚੋਂ ਨਿਕਲ ਕੇ ਉਧਰ ਜਾਏਗਾ ਤਾਂ ਉਹਨੂੰ ਇੰਨਾ ਪੈਸਾ ਦਿੱਤਾ ਜਾਏਗਾ। ਉਹ ਜੂਝ ਰਹੇ ਆ ਕੁਝ ਸਮੱਸਿਆਵਾਂ ਨਾਲ। ਸੋ ਇਹ ਦੇਖਣਾ ਹੋਏਗਾ ਕਿ ਅੱਗੇ ਹੁਣ ਚਾਈਨਾ ਤੇ US ਹੈ ਕਿ ਇਹਨਾਂ ਦੇ ਬਰੋਬਰ ਕਦੇ ਇੰਡੀਆ ਆਉਣ ਦਾ ਸੁਪਨਾ ਦੇਖੇਗਾ। ਵੈਸੇ ਸੁਪਨੇ ਦੇਖਣੇ ਮਾੜੀ ਗੱਲ ਨਹੀਂ ਹੁੰਦੀ, ਪਰ ਉਹ ਸੁਪਨਾ ਪੂਰਾ ਕਰਨ ਵਾਸਤੇ ਪੂਰਾ ਜ਼ੋਰ ਲੱਗੇਗਾ, ਕਿਉਂਕਿ ਉਹਨਾਂ ਦੀ ਤਾਦਾਦ ਜਿਹੜੀ ਹੈ ਵਿਕਰੀ ਦੀ ਬਹੁਤ ਅੱਗੇ ਹੈ ਜੀ। ਤੇ ਮਿੰਟੂ ਜੀ, ਔਸਤਨ 500 ਭਾਰਤੀ ਰੋਜ਼ਾਨਾ ਨਾਗਰਿਕਤਾ ਤਿਆਗ ਰਹੇ ਨੇ ਜੀ, ਹੁਣ ਅੰਕੜੇ ਦਰਸਾਉਂਦੇ ਨੇ। ਹਾਂਜੀ, ਇਹਨਾਂ ਨੇ ਨਾ ਪਿੱਛੇ ਜੇ ਅੰਕੜਾ ਰੱਖਿਆ ਸੀਗਾ ਸਦਨ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਰਿਸਰਚ ਰਿਪੋਰਟਾਂ ਜਿਹੜੀਆਂ ਮੀਡੀਆ 'ਚ ਛਪਦੀਆਂ, ਤਾਂ ਹੁਣ ਇਹਨਾਂ ਨੇ ਔਸਤਨ ਕੱਢੀ ਹੈ ਕਿ ਰੋਜ਼ਾਨਾ 500 ਇੰਡੀਅਨ ਨਾਗਰਿਕਤਾ ਤਿਆਗ ਰਿਹਾ ਹੈ। ਤਾਂ ਇਹਨੂੰ ਆਪਾਂ ਮੰਨੀਏ ਜੇ 1,80,000 ਦਾ ਅੰਕੜਾ ਲਾਸਟ ਦਿੱਤਾ ਇਹਨਾਂ ਨੇ ਲਾਸਟ ਈਅਰ ਦਾ, ਕਿ 1,80,000 ਲੋਕ ਜਿਹੜੇ ਆ ਉਹ ਨਾਗਰਿਕਤਾ ਛੱਡ ਗਏ ਨੇ। ਤਾਂ ਇਹ ਹੁਣ ਇਹ ਆ ਕਿ ਦੇਖੋ ਅਮਰੀਕਾ ਦੇ ਵਿੱਚ ਥੋੜਾ ਜਿਹਾ ਰੁਝਾਨ ਘਟ ਰਿਹਾ ਹੈ। ਅਮਰੀਕਾ 'ਚ ਵੈਸੇ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਥੋੜੀਆਂ ਦੁਸ਼ਵਾਰੀਆਂ ਆ ਜਾਂਦੀਆਂ ਨੇ ਜੋ ਪੱਕੇ ਹੋਣ ਲਈ, ਜਾਂ ਜਿਹੜਾ ਇਹ ਵੀਜ਼ਾ ਹੈ ਕੁਛ ਮਹਿੰਗਾ ਹੈ। ਤਾਂ ਦੂਸਰੇ ਪਾਸੇ ਜਿਹੜੇ ਦੂਸਰੇ ਮੁਲਕ ਨੇ ਇੱਧਰ ਨੂੰ ਜ਼ਿਆਦਾ ਝੁਕਾਅ ਹੈ ਇੰਡੀਅਨਸ ਦਾ। ਇਹ ਵੀ ਇਸ ਰਿਸਰਚ ਰਿਪੋਰਟ ਦਾ ਹਿੱਸਾ ਹੈ। ਇਸ ਤੋਂ ਇਲਾਵਾ ਜੋ ਰਿਸਰਚ ਕਹਿੰਦੀ ਆ ਉਹ ਇਹੋ ਗੱਲ ਕਹਿੰਦੀ ਆ ਕਿ ਦੇਖੋ ਇੱਧਰ ਕੁਝ ਮੌਕੇ ਦੇਖੇ ਜਾਂਦੇ ਆ, ਕੁਝ ਮਾਹੌਲ ਦੇਖਿਆ ਜਾਂਦਾ ਇਹਨਾਂ ਦੇਸ਼ਾਂ ਦੇ ਵਿੱਚ, ਜਿਹਦੇ ਵਿੱਚ ਤੁਹਾਡਾ ਦੇਸ਼ ਵੀ ਆ ਗਿਆ, ਕੈਨੇਡਾ ਵੀ ਆ ਗਿਆ, ਜਾਂ ਹੋਰ ਜਿਹੜੇ ਡਿਵੈਲਪਡ ਦੇਸ਼ ਨੇ, ਕਿ ਇੱਧਰਲੇ ਪਾਸੇ ਨੂੰ ਜਦੋਂ ਜਾਂਦੇ ਆ ਤਾਂ ਜਿਹੜਾ ਕਾਰੋਬਾਰ ਕਰਨਾ ਹੈ ਉਹਦੇ ਵਾਸਤੇ ਵੀ ਬਿਹਤਰ ਮੌਕੇ ਆ। ਜਿਹੜਾ ਕੋਈ ਬਹੁਤ ਜ਼ਿਆਦਾ ਪੜ੍ਹਿਆ ਹੈ ਉਹਦੇ ਲਈ ਵੀ ਬੈਸਟ ਕੋਈ ਨਾ ਕੋਈ ਮੰਜ਼ਿਲ ਹੁੰਦੀ ਹੈ, ਤੇ ਉਹਦੇ ਸੁਪਨਿਆਂ ਦੀ ਕਿਹੜੀ ਹੈ ਤਾਂ ਉਹ ਵੀ ਉਹਨੂੰ ਉਧਰ ਹੀ ਦਿਸਦੀ ਹੈ। ਸੋ ਇਹ ਕੁਝ ਕਾਰਨ ਨੇ ਕਿ ਮਾਹੌਲ ਹੋਇਆ, ਕੁਝ ਕਾਰੋਬਾਰੀ ਸਹੂਲਤਾਂ, ਇੱਥੇ ਦਿੱਕਤਾਂ ਪਰੇਸ਼ਾਨੀਆਂ, ਇਹ ਸਾਰਾ ਕੁਝ ਜਿਹੜਾ ਉਹਦਾ ਹਿੱਸਾ, ਜਿਹਦੇ ਕਰਕੇ ਬਹੁਤ ਵੱਡੀ ਆਬਾਦੀ ਜਿਹੜੀ ਹੈ ਇੰਡੀਆ ਦੀ ਉਹ ਹਰ ਸਾਲ ਹੁਣ ਨਾਗਰਿਕਤਾ ਤਿਆਗ ਰਹੀ ਹੈ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਖੁਸ਼ਨੁਮਾ ਖਬਰ ਇੱਕ ਐਸੀ ਖਬਰ ਹੈ ਵਿਜੇ ਜੀ ਜਿਹੜਾ ਦਿਲ ਨੂੰ ਥੋੜਾ ਸੈਡ ਵੀ ਕਰੇਗੀ, ਥੋੜਾ ਖੁਸ਼ ਵੀ ਕਰੇਗੀ। ਤਾਂ ਕभी ਖੁਸ਼ੀ ਕभी ਗਮ ਵਾਲਾ ਮਾਹੌਲ, ਕਿ ਦੇਖੋ ਇੱਥੇ ਪੰਘੂੜਾ ਲੱਗਿਆ ਹੋਇਆ ਨਾ ਅੰਮ੍ਰਿਤਸਰ ਦੇ ਵਿੱਚ, ਜੇ ਕੋਈ ਬੇਟੀ ਨੂੰ ਨਹੀਂ ਪਾਲ ਪੋਸ ਸਕਦਾ ਤੇ ਉਸ ਪੰਘੂੜੇ 'ਚ ਛੱਡ ਜਾਂਦਾ ਹੈ। ਕੋਈ ਬਾਪ ਆਪਣੀ ਗੁਰਬਤ ਤੋਂ ਝੰਬਿਆ ਹੋਇਆ ਆਪਣੀ ਬੇਟੀ ਨੂੰ ਛੱਡ ਜਾਂਦਾ ਹੈ, ਪਰ ਜਦੋਂ ਘਰੇ ਚੱਲ ਗਿਆ ਤਾਂ ਉਹਦੀ ਰੂਹ ਨੇ ਉਹਨੂੰ ਬਹੁਤ ਹੀ ਝੰਜੋੜਿਆ, ਲਾਹਣਤਾਂ ਪਾਈਆਂ। ਦੋਨਾਂ ਜੀਆਂ ਨੇ ਸਲਾਹ ਕੀਤੀ, ਸਾਰੀ ਰਾਤ ਸੁੱਤੇ ਨਹੀਂ, ਫਿਰ ਉਸੇ ਪੰਘੂੜੇ ਦੇ ਦਰਵਾਜ਼ੇ ਤੇ ਆ ਖਲੋਤੇ ਕਿ ਬਾਈ ਸਾਨੂੰ ਸਾਡੀ ਨੰਨੀ ਪਰੀ ਦੇ ਦੇ ਜੀ। ਤਾਂ ਫਿਰ ਇਹ ਰੌਲਾ ਪਿਆ ਕਿ ਬਈ ਏਦਾਂ ਹੁੰਦਾ ਨਹੀਂ ਆਮ ਤੌਰ ਤੇ। ਮਾਂ-ਬਾਪ ਵਾਪਸ ਆਇਆ, ਅਫਸਰਾਂ ਕੋਲ ਖੜਿਆ ਗਿਆ, ਉਹਨਾਂ ਨੇ ਫਿਰ ਆਸੇ ਪਾਸਿਓਂ ਵੈਰੀਫਾਈ ਕੀਤਾ,
ਵਾਕਿਆ ਉਹਨਾਂ ਦੇ ਘਰ ਬੱਚੀ ਹੋਈ ਸੀ ਕਿ ਹਸਪਤਾਲ ਤੋਂ ਵੀ ਪਤਾ ਕੀਤਾ, ਆਂਢ ਗੁਆਂਢ ਤੋਂ ਵੀ ਪਤਾ ਕੀਤਾ। ਪਰ ਹੁਣ ਰੌਲਾ ਕੀ ਹੈ ਕਿ ਭੰਗੂੜੇ ਦੀ ਇੱਕ ਆਪਣੀ ਪ੍ਰਕਿਰਿਆ ਹੈ ਜੋ ਜੀ ਪੂਰੀ ਹੋ ਚੁੱਕੀ ਹੈ, ਤਾਂ ਹੁਣ ਉਸ ਪ੍ਰਕਿਰਿਆ ਦੇ ਤਹਿਤ ਹੀ ਉਹ ਬੱਚੀ ਵਾਪਸ ਹੋਏਗੀ। ਜੀ ਇਸ ਕਰਕੇ ਇਹ ਕਹਿ ਸਕਦੇ ਹਾਂ ਕਿ ਮਾਂ-ਬਾਪ ਨੂੰ ਗਲਤੀ ਦਾ ਅਹਿਸਾਸ ਤੇ ਹੋਇਆ, ਖੂਨ ਨੇ ਖਿੱਚਿਆ ਜ਼ਰੂਰ ਆ, ਪਰ ਇਹ ਵੇਖੋ ਕਿ ਇੱਕ ਵੇਲੇ ਉਹ ਆਪਣੇ ਅੰਦਰ ਦੇ ਟੁਕੜੇ ਨੂੰ ਆਪਣੇ ਨਾਲ ਤੋੜ ਕੇ ਤੇ ਸੁੱਟ ਗਏ। ਜੀ